हेलो स्टूडेंट्स, ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਆਪਣਾ ਫਰਸਟ ਯੂਨਿਟ ਜਿਸ ਦਾ ਨਾਮ ਹੈ ਫਿਜ਼ੀਕਲ ਵਰਲਡ ਐਂਡ ਮੈਜਰਮੈਂਟ ਪਾਰਟ ਤੇ ਅਸੀਂ ਆਨੇ ਆ। ਬਟ ਉਸ ਤੋਂ ਪਹਿਲਾਂ ਅਸੀਂ ਡਿਸਕਸ ਕਰਨਾ ਹੈ ਫਿਜ਼ੀਕਲ ਵਰਲਡ ਕੀ ਹੈ। ਦੇਖੋ, ਅਸੀਂ ਆਪਣੇ ਅਰਾਊਂਡ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਦੇ ਹਾਂ, ਜਿਵੇਂ ਰੋਡਸ ਹੋ ਗਈਆਂ, ਹੋਮ ਹੋ ਗਿਆ, ਠੀਕ ਹੈ, ਕੁਝ ਵੀ, ਐਨੀਥਿੰਗ, ਬਰਡਸ, ਵਾਲਸ, ਐਨੀਥਿੰਗ। ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਫਿਜ਼ੀਕਲ ਨੇ ਤੇ ਇਹ ਕਿਸ ਕੈਟੇਗਰੀ ਦੇ ਅੰਡਰ ਆਉਂਦੀਆਂ ਨੇ? ਇਹਨੂੰ ਅਸੀਂ ਕਹਿੰਦੇ ਹਾਂ ਫਿਜ਼ਿਕਸ ਦੀ ਕੈਟੇਗਰੀ ਦੇ ਅੰਡਰ ਆਉਂਦੀ ਹੈ ਇਹਨਾਂ ਦੀ ਸਟੱਡੀ। ਬਟ ਅਸੀਂ ਇਹਨਾਂ ਚੀਜ਼ਾਂ ਨੂੰ ਸੈਂਸ ਕਿਸ ਤਰ੍ਹਾਂ ਕਰ ਸਕਦੇ ਹਾਂ, ਕਿਸ ਤਰ੍ਹਾਂ ਜਾ ਸਕਦੇ ਹਾਂ? ਇਹਨਾਂ ਚੀਜ਼ਾਂ ਨੂੰ ਸੈਂਸ ਕਰਨ ਦੇ ਲਈ ਸਾਡੀ ਬਾਡੀ ਦੇ ਅੰਦਰ 5 ਸੈਂਸਰਸ ਨੇ, ਜਿਨ੍ਹਾਂ ਨੂੰ ਅਸੀਂ ਗਿਆਨ ਇੰਦਰੀਆਂ ਵੀ ਕਹਿੰਦੇ ਹਾਂ। ਪਹਿਲਾ ਸੈਂਸਰ, ਅਸੀਂ ਕਿਸੇ ਵੀ ਚੀਜ਼ ਨੂੰ ਟੱਚ ਕਰ ਸਕਦੇ ਹਾਂ। ਮੀਨਸ ਅਸੀਂ ਆਪਣੀ ਸਕਿਨ ਦੇ ਨਾਲ ਕਿਸੇ ਵੀ ਚੀਜ਼ ਨੂੰ ਟੱਚ ਕਰ ਰਹੇ ਹਾਂ। ਜਿਵੇਂ ਸਪੋਜ਼ ਕਰੋ, ਫੋਰ ਐਗਜ਼ਾਮਪਲ ਮੈਂ ਇਸ ਚੌਕ ਨੂੰ ਟੱਚ ਕੀਤਾ ਹੈ, ਠੀਕ ਹੈ, ਅਸੀਂ ਫੀਲ ਕਰ ਸਕਦੇ ਹਾਂ। ਮੀਨਸ ਕੋਈ ਵੀ ਅਗਰ ਬੀਕਰ ਹੈ, ਇਹ ਹੌਟ ਹੈ ਜਾਂ ਕੋਲਡ ਹੈ, ਅਸੀਂ ਉਸ ਨੂੰ ਟੱਚ ਕਰਕੇ ਦੱਸ ਸਕਦੇ ਹਾਂ। ਸੋ ਇਹ ਹੈ ਪਹਿਲਾ ਸੈਂਸਰ। ਦੂਸਰਾ ਸੈਂਸਰ, ਅਸੀਂ ਚੀਜ਼ਾਂ ਨੂੰ ਦੇਖ ਸਕਦੇ ਹਾਂ ਆਪਣੀ ਆਈਜ਼ ਦੇ ਨਾਲ। ਸਾਡੀਆਂ ਆਈਜ਼ ਨੇ ਜਿਹੜੀਆਂ, ਇਹ ਦੂਸਰਾ ਸੈਂਸਰ ਨੇ। ਅਸੀਂ ਦੇਖ ਕੇ ਦੱਸ ਸਕਦੇ ਹਾਂ ਕਿ ਰੂਮ ਦੇ ਵਿੱਚ ਲਾਈਟ ਹੈ, ਡਾਰਕ ਹੈ, ਕੀ ਚੱਲ ਰਿਹਾ। ਇਹ ਆਈਜ਼ ਸਾਡੀਆਂ ਦੂਸਰਾ ਸੈਂਸਰ ਨੇ। ਤੀਸਰੀ ਗੱਲ, ਅਸੀਂ ਆਪਣੇ ਕੰਨਾਂ ਦੇ ਨਾਲ ਸੁਣ ਸਕਦੇ ਹਾਂ। ਆਵਾਜ਼ ਨੂੰ ਸੁਣਾਈ ਦਿੰਦੀ ਹੈ ਸਾਨੂੰ, ਅਸੀਂ ਆਵਾਜ਼ ਤੋਂ ਡਿਸਟਿੰਗੁਇਸ਼ ਕਰ ਸਕਦੇ ਹਾਂ ਕਿ ਕੀ ਹੈ। ਮੀਨਸ ਅਗਰ ਕੋਈ ਸਾਨੂੰ ਬੁਲਾ ਰਿਹਾ ਹੈ, ਆਵਾਜ਼ ਤੋਂ ਅਸੀਂ ਪਰਸਨ ਨੂੰ ਵੀ ਡਿਫਰੈਂਸ਼ੀਏਟ ਕਰਦੇ ਹਾਂ ਕਿ ਕਿਸ ਪਰਸਨ ਦੀ ਆਵਾਜ਼ ਕਿਸ ਤਰ੍ਹਾਂ ਦੀ ਹੈ। ਔਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਵੌਇਸ ਅਲੱਗ-ਅਲੱਗ ਹੁੰਦੀ ਹੈ। ਸੋ ਈਅਰਸ ਨੇ ਜਿਹੜੇ ਸਾਡੇ, ਇਹ ਸਾਡਾ ਤੀਸਰਾ ਸੈਂਸਰ ਨੇ। ਚੌਥਾ, ਅਸੀਂ ਸਮੈਲ ਕਰ ਸਕਦੇ ਹਾਂ। ਅਲੱਗ-ਅਲੱਗ ਚੀਜ਼ਾਂ ਦੀ ਅਲੱਗ-ਅਲੱਗ ਫ੍ਰੈਗਰੈਂਸ ਹੁੰਦੀ ਹੈ। ਫਲਾਵਰਸ ਦੀ ਅਲੱਗ ਹੁੰਦੀ ਹੈ, ਕੁਛ ਵੈਜੀਟੇਬਲ ਜਾਂ ਫਰੂਟ ਖਰਾਬ ਹੋ ਗਿਆ, ਉਸਦੀ ਵੀ ਅਲੱਗ ਸਮੈਲ ਹੁੰਦੀ ਹੈ। ਤਾਂ ਚੌਥਾ ਸੈਂਸਰ ਸਾਡਾ ਸਮੈਲ ਕਰਨਾ ਹੈ। ਅਤੇ ਲਾਸਟ ਦੇ ਵਿੱਚ ਅਸੀਂ ਟੇਸਟ ਕਰ ਸਕਦੇ ਹਾਂ। ਅਸੀਂ ਆਪਣੀ ਟੰਗ ਦੇ ਨਾਲ ਚੀਜ਼ਾਂ ਨੂੰ ਟੇਸਟ ਕਰਕੇ ਸੈਂਸ ਕਰ ਸਕਦੇ ਹਾਂ ਵੀ ਇਹ ਮਿੱਠਾ ਹੈ, ਨਮਕੀਨ ਹੈ ਜਾਂ ਖੱਟਾ ਹੈ। ਸੋ ਸਾਡੀ ਬਾਡੀ ਦੇ ਅੰਦਰ ਇਹ 5 ਸੈਂਸਰ ਨੇ, ਜਿਨ੍ਹਾਂ ਨੂੰ ਅਸੀਂ ਯੂਜ਼ ਕਰਕੇ ਜੋ ਸਾਡਾ ਆਊਟਸਾਈਡ ਵਰਲਡ ਹੈ, ਜਿਹਨੂੰ ਅਸੀਂ ਫਿਜ਼ੀਕਲ ਕਿਹਾ ਹੈ, ਜੋ ਕਿ ਫਿਜ਼ਿਕਸ ਦੀ ਕੈਟੇਗਰੀ ਦੇ ਵਿੱਚ ਆਉਂਦਾ ਹੈ, ਇਹਨਾਂ ਦੀ ਨੌਲੇਜ ਨੂੰ ਐਨਹਾਂਸ ਕਰਦੇ ਹਾਂ। ਕਲੀਅਰ? ਸੋ ਫਿਜ਼ੀਕਲ ਵਰਲਡ ਅਸੀਂ ਕੀ ਕਹਿ ਸਕਦੇ ਹਾਂ? ਉਹ ਵਰਲਡ ਹੈ ਜੇ ਆਊਟਸਾਈਡ ਆਰ ਬਾਡੀ, ਮਤਲਬ ਸਾਡੀ ਬਾਡੀ ਤੋਂ ਬਾਹਰਲਾ ਉਹ ਵਰਲਡ, ਜਿਨ੍ਹਾਂ ਨੂੰ ਚੀਜ਼ਾਂ ਨੂੰ ਅਸੀਂ ਸੈਂਸ ਕਰ ਸਕੀਏ, ਉਹਨਾਂ ਨੂੰ ਕੀ ਕਹਾਂਗੇ ਅਸੀਂ? ਫਿਜ਼ੀਕਲ ਵਰਲਡ। ਸੋ ਅਸੀਂ ਫਿਜ਼ੀਕਲ ਵਰਲਡ ਨੂੰ ਡਿਫਾਈਨ ਕਿਸ ਤਰ੍ਹਾਂ ਕਰ ਸਕਦੇ ਹਾਂ? ਦਾ ਵਰਲਡ ਆਊਟਸਾਈਡ ਆਰ ਬਾਡੀ ਵਿਚ ਵੀ ਕੈਨ ਸੈਂਸ। The world outside our body which we can sense is known as physical world। जो भी outside ਦੇ ਵਿੱਚ ਹੈ, ਜਿਹੜੀਆਂ ਵੀ ਚੀਜ਼ਾਂ ਨੇ, ਅਸੀਂ ਆਪਣੀ ਸੈਂਸਿਸ ਨੂੰ ਯੂਜ਼ ਕਰਕੇ ਉਹਨਾਂ ਦੀ ਨੌਲੇਜ ਨੂੰ ਇਨਕਰੀਜ਼ ਕਰਨਾ, ਆਪਣੀ ਨੌਲੇਜ ਨੂੰ ਇਨਕਰੀਜ਼ ਕਰਨਾ ਹੈ। ਉਹ ਜਿਹੜਾ ਵਰਲਡ ਹੈ, ਆਊਟਸਾਈਡ ਵਰਲਡ, ਉਸਨੂੰ ਅਸੀਂ ਨਾਮ ਦਿੱਤਾ ਹੈ ਫਿਜ਼ੀਕਲ ਵਰਲਡ ਦਾ। ਹੁਣ ਉਸ ਨੌਲੇਜ ਨੂੰ ਇਨਕਰੀਜ਼ ਕਿਸ ਤਰ੍ਹਾਂ ਕਰਨਾ ਹੈ? ਦੇਖੋ, ਜਦੋਂ ਅਸੀਂ ਇਸ ਫਿਜ਼ੀਕਲ ਵਰਲਡ ਦੀ ਨੌਲੇਜ ਨੂੰ ਇਨਕਰੀਜ਼ ਕਰਦੇ ਹਾਂ, ਜਿਹੜੀ ਸਾਇੰਸ ਹੈ, ਕੁਝ ਰੂਲਸ ਲਗਾ ਕੇ, ਉਸਨੂੰ ਅਸੀਂ ਕੀ ਕਹਿੰਦੇ ਹਾਂ? ਫਿਜ਼ਿਕਸ। ਫਿਜ਼ਿਕਸ ਨੂੰ ਡਿਸਕ੍ਰਾਈਬ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਇੰਸ ਕੀ ਹੈ। ਵਾਟ ਇਜ਼ ਸਾਇੰਸ? ਸੋ ਸਭ ਤੋਂ ਪਹਿਲਾਂ ਅਸੀਂ ਡਿਫਾਈਨ ਕਰਨਾ ਹੈ ਵਰਡ ਸਾਇੰਸ। ਸਾਇੰਸ ਬੇਸਿਕਲੀ ਕੀ ਹੈ? ਇਹ ਲੈਟਿਨ ਵਰਡ ਸਾਇੰਟੀਆ ਤੋਂ ਆਇਆ ਹੈ। ਸਾਇੰਸ ਜਿਹੜਾ ਹੈ, ਇਹ ਲੈਟਿਨ ਵਰਡ ਸਾਇੰਟੀਆ ਤੋਂ ਆਇਆ। ਇਸ ਦਾ ਮੀਨਿੰਗ ਕੀ ਹੈ? To know means जानना, means knowledge ਨੂੰ increase करना, knowledge gain करना। ਹੁਣ knowledge कई तरह की हो सकती है।
ਤਾਂ ਅਸੀਂ ਸਾਇੰਸ ਕਿਸ ਨੂੰ ਕਵਾਂਗੇ, ਕਿਸ ਨੌਲੇਜ ਨੂੰ ਅਸੀਂ ਸਾਇੰਸ ਦਾ ਨਾਮ ਦੇਵਾਂਗੇ। ਸੋ ਪਹਿਲਾਂ ਇਸ ਨੂੰ ਡਿਫਾਈਨ ਕਰਦੇ ਹਾਂ, ਫਿਰ ਉਸ ਨੂੰ ਸਮਝਦੇ ਹਾਂ ਕਿ ਸਾਇੰਸ ਵਰਡ ਦਾ ਬੇਸਿਕਲੀ ਮੀਨਿੰਗ ਕੀ ਹੈ। ਸਾਇੰਸ ਇਜ਼ ऑर्गेनाइज्ड नॉलेज। साइंस की है, साइंस इज ऑर्गेनाइज्ड नॉलेज। ਹੁਣ ਇੱਥੇ ਅਸੀਂ ਇੱਕ ਵਰਡ ਯੂਜ਼ ਕੀਤਾ ਹੈ ऑर्गेनाइज्ड। ਸੋ व्हाट डू यू मीन बाय ऑर्गेनाइज्ड? ऑर्गेनाइज्ड मतलब ਕੀ ਹੈ? ਅਸੀਂ ਹਮੇਸ਼ਾ ਸਟੈਪ ਬਾय ਸਟੈਪ ਚੱਲਣਾ ਹੈ ਜਦੋਂ ਵੀ ਅਸੀਂ ਸਾਇੰਸ ਦੀ ਗੱਲ ਕਰਨੀ ਹੈ। ਸਟੈਪ ਬਾय ਸਟੈਪ ਕਿਸ ਤਰ੍ਹਾਂ? ਮੈਂ ਛੋਟੀ ਜਿਹੀ ਐਗਜ਼ਾਮਪਲ ਲੈ ਕੇ ਚੱਲਦੀ ਹਾਂ। ਅਸੀਂ ਜਦੋਂ ਵੀ ਇੰਗਲਿਸ਼ ਜਾਂ ਪੜ੍ਹਨ ਦੀ ਸਟਾਰਟ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਅਲਫਾਬੈਟਸ ਨੂੰ ਸਟੱਡੀ ਕਰਦੇ ਹਾਂ। ਸਾਨੂੰ A to Z ਅਲਫਾਬੈਟਸ ਆਉਂਦੇ ਆ। ਦੈਨ ਅਸੀਂ ਉਹ ਤੋਂ ਲੈਟਰਸ ਬਣਾਉਣੇ ਸਿੱਖਦੇ ਹਾਂ। 2 ਲੈਟਰ ਵਰਡ ਬਣਾ ਲਿਆ, 3 ਲੈਟਰ ਵਰਡ ਬਣਾ ਲਿਆ, 4 ਲੈਟਰ ਵਰਡ ਬਣਾ ਲਿਆ, ਠੀਕ। ਉਸ ਤੋਂ ਬਾਅਦ ਅਸੀਂ ਸੈਂਟੈਂਸ ਬਣਾਉਣਾ ਸਿੱਖਦੇ ਹਾਂ। ਮੀਨਸ ਇੱਕ ਪ੍ਰੋਪਰ ਸੀਕੁਐਂਸ ਹੈ। ਕਦੇ ਇਹ ਨਹੀਂ ਹੋਇਆ ਕਿ ਪਹਿਲਾਂ ਅਸੀਂ ਸੈਂਟੈਂਸ ਬਣਾਉਣਾ ਸਿੱਖਿਆ ਤੇ ਬਾਅਦ ਵਿੱਚ ਅਸੀਂ ਅਲਫਾਬੈਟਸ ਪੜ੍ਹੇ, ਇਹ ਨਹੀਂ ਹੋ ਸਕਦਾ। ਜਦੋਂ ਵੀ ਕਿਸੇ ਵੀ ਪਰਸਨ ਨੇ ਲਰਨਿੰਗ ਸਟਾਰਟ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਉਹ ਅਲਫਾਬੈਟਸ ਸਟੱਡੀ ਕਰੇਗਾ, ਫਿਰ ਉਹ ਵਰਡਸ ਬਣਾਉਣਾ ਸਿੱਖੇਗਾ। ਜਦੋਂ ਵਰਡਸ ਬਣ ਗਏ ਉਸ ਤੋਂ ਬਾਅਦ ਉਹ ਸੈਂਟੈਂਸ ਬਣਾਉਣਾ ਸਿੱਖੇਗਾ। ਕਲੀਅਰ? ਸੋ ਹਮੇਸ਼ਾ ਇੱਕ ਪ੍ਰੋਪਰ ਸੀਕੁਐਂਸ ਚੱਲਦਾ ਹੈ। ਇਸ ਨੂੰ ਹੀ ਕਹਿੰਦੇ ਨੇ ऑर्गेनाइज्ड। ਜਦੋਂ ਅਸੀਂ ਸਿਸਟਮੈਟਿਕਲੀ ਕਿਸੇ ਵੀ ਸੀਕੁਐਂਸ ਨੂੰ ਫੋਲੋ ਕਰੀਏ, ਸਟੈਪਸ ਨੂੰ ਫੋਲੋ ਕਰੀਏ ਫਰੋਮ ਦ ਬਿਗਨਿੰਗ ਟੂ ਦ ਐਂਡ, ਉਸ ਟਾਈਮ ਤੇ ਉਸ ਨੂੰ ਅਸੀਂ ਕਹਾਂਗੇ ऑर्गेनाइज्ड। ਤੇ ਉਸ ਬਿਹਾਫ ਤੇ ਜੋ ਸਾਨੂੰ ਨੌਲੇਜ ਮਿਲਦੀ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਸਾਇੰਸ। ਮੀਨਿੰਗ ਇਨ ਸ਼ਾਰਟ ਅਸੀਂ ਕੀ ਕਹਿ ਸਕਦੇ ਹਾਂ ਕਿ ਜਦੋਂ ਵੀ ਅਸੀਂ ਕੁਝ ਰੂਲਸ ਬਣਾਉਂਦੇ ਹਾਂ, ਉਹਨਾਂ ਰੂਲਸ ਨੂੰ ਬਣਾ ਕੇ ਜੋ ਅਸੀਂ ਨੌਲੇਜ ਗੇਨ ਕਰਦੇ ਹਾਂ ਉਸ ਨੌਲੇਜ ਨੂੰ ਅਸੀਂ ਕੀ ਕਹਿੰਦੇ ਹਾਂ? ਸਾਇੰਸ। ਸੋ ਸਾਇੰਸ ਇਜ਼ ਨੌਲੇਜ, ਬਟ ਕਿਸ ਤਰ੍ਹਾਂ ਦੀ ਨੌਲੇਜ? ऑर्गेनाइज्ड ਨੌਲੇਜ। ਇਸੇ ਤਰ੍ਹਾਂ ਜੇ ਅਗਰ ਅਸੀਂ ਮੈਥਮੈਟਿਕਸ ਦੀ ਐਗਜ਼ਾਮਪਲ ਲਈਏ, ਸਭ ਤੋਂ ਪਹਿਲਾਂ ਅਸੀਂ ਕਾਊਂਟਿੰਗ ਸਿੱਖਦੇ ਹਾਂ। ਕਾਊਂਟਿੰਗ ਸਿੱਖਣ ਤੋਂ ਬਾਅਦ ਅਸੀਂ ਫਿਰ ਐਡੀਸ਼ਨ, ਮਲਟੀਪਲੀਕੇਸ਼ਨ, ਸਬਟਰੈਕਸ਼ਨ, ਉਹ ਵੀ ਸਿਸਟਮੈਟਿਕ ਪ੍ਰੋਸੀਜਰ ਹੈ। ਸੋ ਸਾਇੰਸ ਕੀ ਹੈ? ਨੌਲੇਜ ਹੈ, ਬਟ ਕਿਸ ਤਰ੍ਹਾਂ ਦੀ ਨੌਲੇਜ? ऑर्गेनाइज्ड ਨੌਲੇਜ। ਜਦੋਂ ਅਸੀਂ ਰੂਲਸ ਨੂੰ ਬਣਾ ਕੇ ਉਹਨਾਂ ਨੂੰ ਇੱਕ ਨੌਲੇਜ ਗੇਨ ਕਰਾਂਗੇ, ਉਸ ਰੂਲ ਵਾਲੀ ਜੋ ਰੂਲਸ ਨੂੰ ਫੋਲੋ ਕਰਕੇ ਜੋ ਨੌਲੇਜ ਮਿਲਦੀ ਹੈ ਇੱਕ ऑर्गेनाइज्ड ਵੇ ਦੇ ਨਾਲ, ਉਸ ਨੂੰ ਅਸੀਂ ਕਹਿੰਦੇ ਹਾਂ ਸਾਇੰਸ। ਹੁਣ ਸਾਇੰਸ ਜਿਹੜੀ ਹੈ ਉਹ ਅਸੀਂ ਕਲਾਸੀਫਾਈ ਕਰ ਸਕਦੇ ਹਾਂ 2 ਕੈਟੇਗਰੀਜ਼ ਦੇ ਅੰਡਰ। ਇੱਕ ਹੁੰਦੀ ਹੈ ਸਾਡੇ ਕੋਲ ਸੋਸ਼ਲ ਸਾਇੰਸ, ਦੂਸਰੀ ਸਾਨੂੰ ਅਸੀਂ ਕਲਾਸੀਫਾਈ ਕਰ ਸਕਦੇ ਹਾਂ ਨੈਚੁਰਲ ਸਾਇੰਸ ਦੇ। ਸਾਇੰਸਿਸ ਸੋਸ਼ਲ ਕੀ ਹੁੰਦੀਆਂ ਨੇ ਤੇ ਨੈਚੁਰਲ ਸਾਇੰਸਿਸ ਕੀ ਹੁੰਦੀਆਂ ਨੇ ਉਹ ਅਸੀਂ ਦੇਖਣਾ ਹੈ। ਸੋ ਸਾਇੰਸ ਨੂੰ ਅਸੀਂ ਬੇਸਿਕਲੀ 2 ਪਾਰਟਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਇੱਕ ਆਉਂਦੀਆਂ ਨੇ ਸੋਸ਼ਲ ਸਾਇੰਸਿਸ ਤੇ ਦੂਸਰੀ ਸਾਈਡ ਆਉਂਦੀਆਂ ਨੇ ਨੈਚੁਰਲ ਸਾਇੰਸਿਸ। ਸੋਸ਼ਲ ਸਾਇੰਸਿਸ ਕਿਹੜੀਆਂ ਨੇ? ਉਹ ਸਾਇੰਸਿਸ ਜਿਹੜੀਆਂ ਕਿ ਸਾਡੀ ਸੋਸਾਇਟੀ ਦੇ ਨਾਲ ਰਿਲੇਟਡ ਨੇ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਸਾਇੰਸਿਸ ਜਿਹੜੀਆਂ ਕਿ ਸੈਂਟਰਡ ਨੇ ਸੋਸਾਇਟੀ ਤੇ ਉਹਨਾਂ ਦੀ ਡਿਵੈਲਪਮੈਂਟ ਤੇ। ਮੀਨਸ ਸੋਸ਼ਲ ਸਾਇੰਸਿਸ ਮੀਨਸ ਸੈਂਟਰਡ ਔਨ ਸੋਸਾਇਟੀ ਐਂਡ ਇਟਸ ਡਿਵੈਲਪਮੈਂਟ। ਇਹਦੇ ਵਿੱਚ ਅਸੀਂ ਕਈ ਬ੍ਰਾਂਚਿਸ ਨੂੰ ਇਨਕਲੂਡ ਕਰਦੇ ਹਾਂ। ਫॉर ਐਗਜ਼ਾਮਪਲ ਇਕਨੋਮਿਕਸ ਹੋ ਗਈ, ਜਿਸ ਦੇ ਵਿੱਚ ਅਸੀਂ ਪੜ੍ਹ ਕੇ ਸਟੱਡੀ ਕਰਕੇ ਬਜਟ ਬਣਦੇ ਨੇ ਸਾਡੇ। ਮੀਨਸ ਉਹ ਸਾਡੀ ਸੋਸਾਇਟੀ ਦੀ ਡਿਵੈਲਪਮੈਂਟ ਲਈ ਹੈ, ਨਿਊ ਚੇਂਜਸ ਕਰਦੇ ਹਾਂ ਜੋ ਵੀ ਅਸੀਂ, ਉਹ ਸਾਇੰਸ ਆਉਂਦੀ ਹੈ ਸੋਸ਼ਲ ਸਾਇੰਸ ਦੇ ਅੰਡਰ। ਹਿਸਟਰੀ ਹੋ ਗਈ, ਜਿਓਗ੍ਰਾਫੀ ਹੋ ਗਈ, सोशियोलॉजी होगी, पॉलिटिकल साइंस एटसेट्रा। मतलब होर भी कई ब्रांचेस ने जो इस दे अंडर आंदियां ने। सो बेसिकली सोशल साइंस केड़ियां ने? वो साइंसिस जेड़ियां सेंटर्ड ने साडी सोसाइटी ते जेड़ियां सोसाइटी दे डेवलपमेंट दे लई यूज हुंदियां ने। एरिया ब्रांचेस ने इकनॉमिक्स होगी, हिस्ट्री, जियोग्राफी, सोशियोलॉजी, कई साइंसिस इस दे विच आंदियां ने। दूसरी साइड ने साडियां नैचुरल साइंसिस। नैचुरल साइंसिस केड़ियां ने? ਉਹ ਸਾਇੰਸਿਸ
ਜਿਨ੍ਹਾਂ ਦੇ ਵਿੱਚ ਅਸੀਂ ਉਸ ਬ੍ਰਾਂਚਿਸ ਨੂੰ ਲੈਂਦੇ ਨੇ ਜਿਹੜੀਆਂ ਸਾਡੇ ਨੇਚਰ ਨੂੰ ਸਟੱਡੀ ਕਰਦੀਆਂ ਨੇ ਯੂਜ਼ਿੰਗ ਸਾਇੰਟੀਫਿਕ ਮੈਥਡਸ। ਮੀਨਸ ਨੈਚੁਰਲ ਸਾਇੰਸਿਸ ਦੇ ਵਿੱਚ ਅਸੀਂ ਇਨਕਲੂਡ ਕਰਨਾ ਹੈ ਉਹ ਸਾਇੰਸਿਸ ਨੂੰ, ਉਹ ਬ੍ਰਾਂਚਿਸ ਨੂੰ ਸਾਇੰਸ ਦੀਆਂ ਨੂੰ ਜਿਹੜੀਆਂ ਕਿ ਨੇਚਰ ਤੇ ਨੇਚਰ ਦੇ ਜਿਹੜੇ ਲਾਜ਼ ਨੇ ਉਹਨਾਂ ਨੂੰ ਸਾਇੰਟੀਫਿਕਲੀ ਸਟੱਡੀ ਕਰਦੀਆਂ ਨੇ, ਮੀਨਸ ਆਰਗੇਨਾਈਜ਼ਡ ਮੈਨਰ ਦੇ ਨਾਲ। ਥੀਸ include the branches of science which study nature and its laws using scientific method। ਜਿਹੜਾ ਇਹ ਵਰਡ ਸਾਇੰਟੀਫਿਕ ਮੈਥਡ ਹੈ ਇਸਨੂੰ ਅਸੀਂ ਅੱਜ ਪੂਰੇ ਡਿਟੇਲ ਦੇ ਵਿੱਚ ਸਮਝਾਂਗੇ ਕਿ ਸਾਇੰਟੀਫਿਕ ਮੈਥਡ ਤੋਂ ਅਸੀਂ ਕੀ ਸਮਝਦੇ ਹਾਂ। ਯੂਜ਼ਿੰਗ ਸਾਇੰਟੀਫਿਕ ਮੈਥਡ ਤੇ ਇਹਨਾਂ ਸਾਇੰਸਿਸ ਦੇ ਵਿੱਚ ਅਸੀਂ ਇਨਕਲੂਡ ਕਰਦੇ ਹਾਂ ਜਿਸ ਤਰ੍ਹਾਂ ਫਿਜ਼ਿਕਸ ਹੋ ਗਈ, केमिस्ट्री हो गई, बायोलॉजी हो गई एटसेट्रा, बॉटनी, zoology, कई ब्रांचेस इस दे अंदर इंक्लूड होंदियां ने। सो बेसिकली असी साइंसिस नूं दो पार्ट्स च रखिया है, सोशल साइंसिस ते नैचुरल साइंसिस। नैचुरल साइंसिस साडा जो अगला कंसर्न है डिस्कस करना है, असी बेसिकली फोकस करना है फिजिक्स दे ऊपर। क्यों? क्योंकि फिजिक्स के अंडर असी की है उस ब्रांच है साइंस दी जिहदे विच असी स्टडी करना है नेचर नूं, ओहदे लॉज नूं, बट बाय यूजिंग साइंटिफिक मैथड। सिस्टमैटिक प्रोसीजर जो असी फॉलो करते हैं उसनूं असी कहते हैं नैचुरल साइंस। मीनस एक प्रॉपर सीक्वेंस फॉलो करना चाहिए है। सो नैक्सट हुण असी अपना फोकस रखना है फिजिक्स के ऊपर। साइंस नूं स्टडी कर लिया, हुण असी देखना है व्हाट इज फिजिक्स। फिजिक्स की है। सो सारा क्वेश्चन है व्हाट इज फिजिक्स। फिजिक्स की है। फिजिक्स इज बेसिकली इट इज द स्टडी ऑफ नेचर, क्योंकि असीं इहनूं नैचुरल साइंसिस दी कैटेगरी च रखिया है। इट इज द स्टडी ऑफ नेचर एंड इट्स लॉज। लॉज मीन्स रूल्स, इन्हां दी स्टडी है। इन्हूं थोड़ा जिहा अंडरस्टैंड करदे हां। देखो दिन चढ़ता है, ठीक है, असी कहने सनराइज होया, सनराइज होया ते रात नूं सनसैट हुंदा है, ठीक। बट सानू कदे पैनिक नहीं होया, असी डरदे नहीं आ कि पता नहीं दोबारा सनलाइट आएगी या नहीं, क्योंकि सानू पता हुंदा है कि कुछ टाइम बाद दोबारा तो नैक्सट डे सेम टाइम ते सनराइज होएगा। क्लियर? क्यों पता हुंदा है? ये भी नेचर का एक रूल है। मीनस दिन तो बाद रात ने जरूर आना है, रात तो बाद दिन होता है। क्लियर? विंटर सीजन आता है, विंटर्स तो बाद समर सीजन आना है। मीनस कुछ नेचर दे ही रूल्स ने जेड़े कि प्रॉपर टाइम तो बाद फॉलो होंदे रहंदे ने, ठीक है। तो फिजिक्स की है, इट इज़ द स्टडी ऑफ नेचर। नेचर नू स्टडी करना एंड इट्स लॉज, उन्हां दे लॉ नू स्टडी करना, ये है फिजिक्स। जदों भी असी गल कर रहे हैं कि सनराइज होया, दोबारा सनसैट होया, फिर अगले दिन की होएगा, सनराइज होएगा। इस तरह ये साइकिल चलता रहता है। ये एक नेचर का रूल है। तो जदों असी ये अंडरस्टैंड करने की कोशिश करते हैं कि दिन कदों चढ़ता है, इसका रीज़न की है, क्यों 24 आवर्स का एक डे हुंदा है। मीनस अर्थ अपनी एक्सिस से रोटेट करती है। अर्थ का जो पार्ट जोड़ा है सन के सामने आएगा उत्थे उदों दिन होएगा, दूसरी साइड ते रात होएगी। जदों असी इन्हां चीज़ां दे आंसर्स नूं लभना शुरू करते हैं तो बेसिकली असी की कर रहे हैं, असी नेचर दे रूल्स नूं स्टडी कर रहे हैं। तो जदों एक प्रॉपर साइंटिफिक वे दे नाल असी नेचर दे रूल्स नूं स्टडी करते हाँ उसनूं असी की कहने हाँ फिजिक्स। सो फिजिक्स इज बेसिकली द स्टडी ऑफ नेचर एंड इट्स लॉज, या जिन्हों असी रूल्स कहते हैं। हुण जिहड़ी फिजिक्स है जो असी अज दी फिजिक्स पढ़ रहे हैं यह मॉडर्न फिजिक्स है। जो फिजिक्स 1900 सेंचुरी तो पहला पढ़ी जाती सी उसनूं कहंदे असी क्लासिकल फिजिक्स। बट आफ्टर 1900 जो असी पढ़ रहे हैं उसनूं असी नाम दिता है मॉडर्न फिजिक्स का।
तो जो 1900 ਤੋਂ ਪਹਿਲਾਂ ਜਿਹੜੀ ਫਿਜ਼ਿਕਸ ਸੀਗੀ ਉਸਨੂੰ ਅਸੀਂ ਨਾਮ ਦਿੱਤਾ ਸੀ ਕਲਾਸੀਕਲ ਫਿਜ਼ਿਕਸ। ਤਾਂ ਉਸਦੇ ਅੰਡਰ ਕਈ ਬ੍ਰਾਂਚੇਸ ਆਉਂਦੀਆਂ ਨੇ ਫਿਜ਼ਿਕਸ ਦੀਆਂ। ਅਸੀਂ 1 ਬਾਏ 1 ਪਹਿਲਾਂ ਉਹਨਾਂ ਦਾ ਸ਼ਾਰਟ ਰਿਵਿਊ ਕਰਾਂਗੇ ਕਿ ਕਿਹੜੀਆਂ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਹਾਂ ਕਲਾਸੀਕਲ ਫਿਜ਼ਿਕਸ ਦੇ ਅੰਡਰ। ਕਲਾਸੀਕਲ ਜਾਂ ਜਿਹਨੂੰ ਅਸੀਂ ਨਿਊਟੋਨੀਅਨ ਫਿਜ਼ਿਕਸ ਵੀ ਕਹਿੰਦੇ ਹਾਂ, ਕਲਾਸੀਕਲ ਫਿਜ਼ਿਕਸ। ਸਭ ਤੋਂ ਪਹਿਲਾਂ ਇਸ ਦੇ ਅੰਡਰ ਅਸੀਂ ਡਿਸਕਸ ਕਰਦੇ ਹਾਂ ਮਕੈਨਿਕਸ। ਮਕੈਨਿਕਸ ਕੀ ਹੈ? ਇਹ ਉਹ ਬ੍ਰਾਂਚ ਹੈ ਫਿਜ਼ਿਕਸ ਦੀ ਜਿਹਦੇ ਵਿੱਚ ਅਸੀਂ ਜਿਹੜੇ ਮਟੀਰੀਅਲ ਆਬਜੈਕਟਸ ਨੇ ਉਹਨਾਂ ਦੀ ਸਟੱਡੀ ਕਰਦੇ ਹਾਂ ਜਿਨ੍ਹਾਂ ਦੀ ਸਪੀਡ ਲੋ ਹੁੰਦੀ ਹੈ। ਮੀਨਸ ਮਕੈਨਿਕਸ ਕੀ ਹੈ? ਇਟ ਇਜ਼ ਦ ਬ੍ਰਾਂਚ ਆਫ ਫਿਜ਼ਿਕਸ which study the motion of material objects at low speed। ਉਹ ਮਟੀਰੀਅਲ ਆਬਜੈਕਟ ਜਿਨ੍ਹਾਂ ਦੀ ਸਪੀਡ ਸਲੋ ਹੈ ਮਕੈਨਿਕਸ ਦੇ ਵਿੱਚ ਅਸੀਂ ਉਹਨਾਂ ਦੀ ਸਟੱਡੀ ਕਰਦੇ ਹਾਂ। दूसरा है थर्मोडायनामिक्स। थर्मोडायनामिक्स ਦੇ ਵਿੱਚ ਕੀ ਸਟੱਡੀ ਕਰਦੇ ਹਾਂ? ਅਸੀਂ ਹੀਟ ਬਾਰੇ ਗੱਲ ਕਰਦੇ ਹਾਂ, ਟੈਂਪਰੇਚਰ ਬਾਰੇ ਗੱਲ ਕਰਦੇ ਹਾਂ ਐਂਡ ਇਸ ਦੇ ਅੰਡਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਅਸੀਂ ਉਹਨਾਂ ਪਾਰਟੀਕਲਸ ਦੀ ਲਾਰਜ ਨੰਬਰ ਆਫ ਪਾਰਟੀਕਲਸ ਨੇ ਜਿਹੜੇ ਸਿਸਟਮ ਦੇ ਅੰਦਰ ਉਹਨਾਂ ਦੀ ਸਟੱਡੀ ਕਰਦੇ ਹਾਂ। ਉਹਨਾਂ ਦੀ ਸਟੱਡੀ ਕਰਨ ਦੇ ਲਈ ਥਰਮੋਡਾਇਨਾਮਿਕਸ ਦੇ ਵਿੱਚ ਇੱਕ ਹੋਰ ਬ੍ਰਾਂਚ ਜਿਹੜੀ ਹੈ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ, ਸਟੈਟਿਸਟਿਕਲ। ਕਿਉਂਕਿ ਜਿੱਥੇ ਵੀ ਸਾਡੇ ਕੋਲ ਲਾਰਜ ਨੰਬਰ ਆਫ ਪਾਰਟੀਕਲਸ ਦੀ ਗੱਲ ਆਉਂਦੀ ਹੈ, ਜਿਵੇਂ ਕਿ ਥਰਮੋਡਾਇਨਾਮਿਕਸ ਦੇ ਵਿੱਚ ਅਸੀਂ ਦੇਖਣਾ ਹੈ ਗੈਸਿਸ, ਉਹਦੇ ਵਿੱਚ ਲਾਰਜ ਨੰਬਰ ਆਫ ਮੋਲੀਕਿਊਲਸ ਹੁੰਦੇ ਨੇ। ਤਾਂ ਉੱਥੇ ਜਿਹੜੀ ਅਸੀਂ ਡੈਰੀਵੇਸ਼ਨ ਕਰਦੇ ਹਾਂ ਜਾਂ ਕੋਈ ਵੀ ਥਿਓਰੀ ਅਪਲਾਈ ਕਰਨੀ, ਥਿਓਰੀ ਡਿਵੈਲਪ ਕਰਨੀ ਹੈ, ਉੱਥੇ ਅਸੀਂ ਸਟੈਟਿਸਟਿਕਲ ਫਿਜ਼ਿਕਸ ਦੇ ਲਾਅ ਲਗਾਉਂਦੇ ਹਾਂ। ਠੀਕ ਹੈ। ਸੋ ਥਰਮੋਡਾਇਨਾਮਿਕਸ ਦੇ ਵਿੱਚ ਅਸੀਂ ਬੇਸਿਕਲੀ ਕੀ ਸਟੱਡੀ ਕਰਦੇ ਹਾਂ? ਅਬਾਊਟ ਹੀਟ, ਟੈਂਪਰੇਚਰ ਐਂਡ ਦ ਸਿਸਟਮ containing large number of particles। Clear? थर्ड साडे कोल आंदी है इलेक्ट्रोडायनामिक्स। इस दे विच ਅਸੀਂ ਸਟੱਡੀ ਕਰਦੇ ਹਾਂ ਅਬਾਊਟ ਇਲੈਕਟ੍ਰਿਸਿਟੀ, ਮੈਗਨੇਟਿਜ਼ਮ। ਠੀਕ ਹੈ। ਤੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਦੇ ਬਾਰੇ। ਇਲੈਕਟ੍ਰੋਡਾਇਨਾਮਿਕਸ ਜਾਂ ਮੈਗਨੇਟਿਜ਼ਮ ਇਸ ਉਹ ਬ੍ਰਾਂਚ ਹੈ ਜਿਸ ਦੇ ਵਿੱਚ ਅਸੀਂ ਸਟੱਡੀ ਕਰਨਾ ਹੈ ਕਿ ਇਲੈਕਟ੍ਰਿਸਿਟੀ ਕੀ ਹੈ, ਮੈਗਨੇਟਿਜ਼ਮ ਕੀ ਹੈ ਤੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਕੀ ਹੈ। ਸੋ ਜਿਹੜੀਆਂ ਕਲਾਸੀਕਲ ਫਿਜ਼ਿਕਸ ਹੈ, ਇਹ ਮੈਂ ਪਹਿਲਾਂ ਹੀ ਦੱਸਦਾ ਕਿ 1900 ਸੈਂਚੁਰੀ ਤੋਂ ਪਹਿਲਾਂ ਇਹਨਾਂ ਇਸ ਫਿਜ਼ਿਕਸ ਨੂੰ ਅਸੀਂ ਸਟੱਡੀ ਕਰਦੇ ਸੀ। ਬਟ ਆਫਟਰ 1900 ਜਦੋਂ ਮੈਕਸ ਪਲੈਂਕ ਨੇ ਬਲੈਕ ਬੋਡੀ ਰੇਡੀਏਸ਼ਨ ਦਾ ਕਨਸੈਪਟ ਸਾਹਮਣੇ ਲੈ ਕੇ ਆਏ, ਤਾਂ ਉਸ ਤੋਂ ਬਾਅਦ ਜਿਹੜੀ ਅਸੀਂ ਫਿਜ਼ਿਕਸ ਸਟੱਡੀ ਕਰਦੇ ਹਾਂ ਉਸਨੂੰ ਨਾਮ ਦਿੱਤਾ ਮਾਡਰਨ ਫਿਜ਼ਿਕਸ ਦਾ। ਸੋ ਮਾਡਰਨ ਫਿਜ਼ਿਕਸ ਦੇ ਵਿੱਚ ਅਸੀਂ ਕਿਹੜੀ ਬ੍ਰਾਂਚੇਸ ਦੀ ਸਟੱਡੀ ਕਰਦੇ ਹਾਂ ਉਹ ਦੇਖਣਾ ਹੈ। ਮਾਡਰਨ ਫਿਜ਼ਿਕਸ ਦਾ ਕਨਸੈਪਟ ਮੈਕਸ ਪਲੈਂਕ ਨੇ ਇੰਟਰੋਡਿਊਸ ਕੀਤਾ ਸੀਗਾ ਤੇ ਸਭ ਤੋਂ ਪਹਿਲਾਂ ਇਹ ਕਨਸੈਪਟ ਦਿੱਤਾ ਬਲੈਕ ਬੋਡੀ ਰੇਡੀਏਸ਼ਨਸ ਦਾ। ਠੀਕ। ਤਾਂ ਉਸ ਦੇ ਅੰਡਰ ਅਸੀਂ ਯੂਜ਼ ਕੀਤਾ ਸੀਗਾ ਕੁਆਂਟਮ ਫਿਨੋਮੀਨਾ। ਸੋ ਜਿਹੜੀ ਮਾਡਰਨ ਫਿਜ਼ਿਕਸ ਹੈ, ਮਾਡਰਨ ਫਿਜ਼ਿਕਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਿਲੇਟਿਵਿਟੀ। ਵਟ ਇਜ਼ ਰਿਲੇਟਿਵਿਟੀ? ਅਗਰ ਤੁਹਾਨੂੰ ਯਾਦ ਹੋਏ ਤਾਂ ਜਦੋਂ ਮੈंने ਕਲਾਸੀਕਲ ਫਿਜ਼ਿਕਸ ਦਾ ਫਰਸਟ ਪੁਆਇੰਟ ਲਿਖਿਆ ਸੀ ਮਕੈਨਿਕਸ, ਠੀਕ ਹੈ ਨਾ, ਤਾਂ ਮਕੈਨਿਕਸ ਕੀ ਸੀਗਾ? ਉਹਨਾਂ ਮਟੀਰੀਅਲ ਆਬਜੈਕਟ ਦੀ ਸਟੱਡੀ ਸੀਗੀ ਜਿਨ੍ਹਾਂ ਦੀ ਸਪੀਡ ਬਹੁਤ ਲੋ ਹੁੰਦੀ ਹੈ। ਬਟ ਰਿਲੇਟਿਵਿਟੀ ਇਸ ਤੋਂ ਬਿਲਕੁਲ ਆਪੋਜ਼ਿਟ ਹੈ। ਰਿਲੇਟਿਵਿਟੀ ਦੇ ਵਿੱਚ ਅਸੀਂ ਉਹਨਾਂ ਪਾਰਟੀਕਲਸ ਦੀ ਸਟੱਡੀ ਕਰਦੇ ਹਾਂ ਜਿਨ੍ਹਾਂ ਦੀ ਸਪੀਡ ਹੈ ਜਿਹੜੀ ਉਹ ਕੰਪੇਅਰੇਬਲ ਹੁੰਦੀ ਹੈ ਵੈਲੋਸਿਟੀ ਆਫ ਲਾਈਟ ਦੇ। ਸਪੀਡ ਆਫ ਲਾਈਟ ਸਾਨੂੰ ਪਤਾ ਹੈ ਕਿੰਨੀ ਹੈ? 3 × 10⁸ ਮੀਟਰ ਪਰ ਸੈਕਿੰਡ। ਸੋ ਰਿਲੇਟਿਵਿਟੀ ਦੇ ਵਿੱਚ ਅਸੀਂ ਉਹਨਾਂ ਪਾਰਟੀਕਲਸ ਦੀ ਸਟੱਡੀ ਕਰਦੇ ਹਾਂ ਜਿਨ੍ਹਾਂ ਦੀ ਜਿਹੜੀ ਸਪੀਡ ਹੈ ਉਹ ਕੰਪੇਅਰੇਬਲ ਹੋਵੇ ਸਪੀਡ ਆਫ ਲਾਈਟ ਦੇ। ਸੋ ਰਿਲੇਟਿਵਿਟੀ ਕੀ ਹੈ? It is a branch of science
the branch of physics in which we study the motion of objects, of particles moving with speed comparable to the speed of light. Speed with the speed of light. ਸੋ ਰਿਲੇਟਿਵਿਟੀ ਤੇ ਮਕੈਨਿਕਸ ਦੇ ਵਿੱਚ ਇਹੀ ਡਿਫਰੈਂਸ ਹੈ ਕਿ ਮਕੈਨਿਕਸ ਦੇ ਵਿੱਚ ਜਿਹੜੀ ਅਸੀਂ ਆਬਜੈਕਟਸ ਲੈਣੇ ਨੇ ਉਹਨਾਂ ਦੀ ਸਪੀਡ ਲੋ ਹੁੰਦੀ ਹੈ, ਬਟ ਰਿਲੇਟਿਵਿਟੀ ਦੇ ਕੇਸ ਦੇ ਵਿੱਚ ਉਹਨਾਂ ਦੀ ਸਪੀਡ ਹੈ ਜਿਹੜੀ ਕੰਪੇਅਰੇਬਲ ਹੋਏਗੀ ਸਪੀਡ ਆਫ ਲਾਈਟ ਦੇ। ਦੂਸਰੀ ਬ੍ਰਾਂਚ ਅਸੀਂ ਇਸ ਦੇ ਅੰਡਰ ਲੈਂਦੇ ਹਾਂ ਕੁਆਂਟਮ ਮਕੈਨਿਕਸ, ਜੋ ਕਿ ਮੈਂ ਤੁਹਾਨੂੰ ਹੁਣੀ ਦੱਸਿਆ ਕਿ ਕੁਆਂਟਮ ਦਾ ਕਨਸੈਪਟ ਇੰਟਰੋਡਿਊਸਡ ਹੋਇਆ ਸੀਗਾ ਜਦੋਂ ਮੈਕਸ ਪਲੈਂਕ ਨੇ ਬਲੈਕ ਬਾਡੀ ਰੇਡੀਏਸ਼ਨਸ ਦਾ ਕਨਸੈਪਟ ਦਿੱਤਾ ਸੀ। ਤਾਂ ਉਹ ਤੋਂ quantum mechanics is ਕੀ ਹੈ ਬੇਸਿਕਲੀ ਇਹਦੇ ਵਿੱਚ ਅਸੀਂ ਡਿਸਕਸ ਕਰਦੇ ਹਾਂ mechanical behavior of submicroscopic particles, ਕੁਆਂਟਮ ਮਕੈਨਿਕਸ ਦੇ ਅੰਦਰ ਅਸੀਂ ਡਿਸਕਸ ਕਰਦੇ ਹਾਂ ਮਕੈਨੀਕਲ ਬਿਹੇਵੀਅਰ ਕਿੰਨਾ ਦਾ, ਜਿਹੜੇ ਸਬ ਮਾਈਕਰੋਸਕੋਪਿਕ ਪਾਰਟੀਕਲਸ ਨੇ ਉਹਨਾਂ ਦੇ ਮਕੈਨੀਕਲ ਬਿਹੇਵੀਅਰ ਦੀ ਜਿਹੜੀ ਡਿਸਕਸ਼ਨ ਹੈ ਉਹ ਆਉਂਦੀ ਹੈ ਕੁਆਂਟਮ ਮਕੈਨਿਕਸ ਦੇ ਅੰਦਰ। ਕਲੀਅਰ? ਸੋ ਸਟੂਡੈਂਟਸ, ਹੁਣ ਤੱਕ ਅਸੀਂ ਇਹ ਡਿਸਕਸ ਕੀਤਾ ਹੈ ਕਿ ਸਾਇੰਸ ਕੀ ਹੈ ਤੇ ਸਾਇੰਸ ਦੀ ਬ੍ਰਾਂਚਿਸ ਕਿਹੜੀਆਂ ਨੇ, ਤੇ ਫਿਜ਼ਿਕਸ ਜਿਹੜੀ ਹੈ ਉਹ ਕਿਸ ਕੈਟੇਗਰੀ ਚ ਆਉਂਦੀ ਹੈ, ਨੈਚੁਰਲ ਸਾਇੰਸਿਸ ਦੀ, ਤੇ ਇਟ ਇਜ਼ ਦ ਸਟੱਡੀ ਆਫ ਨੇਚਰ ਐਂਡ ਨੈਚੁਰਲ ਲਾਜ਼ ਆਫ ਨੇਚਰ ਜਾਂ ਰੂਲਸ। ਤੇ ਫਿਜ਼ਿਕਸ ਨੂੰ 1900 ਸੈਂਚੁਰੀ ਤੋਂ ਪਹਿਲਾਂ ਕਲਾਸੀਕਲ ਫਿਜ਼ਿਕਸ ਕਹਿੰਦੇ, ਤੇ 1900 ਤੋਂ ਬਾਅਦ ਜਿਹੜੀ ਆਈ ਉਹ ਕੀ ਹੈ, ਮਾਡਰਨ ਫਿਜ਼ਿਕਸ। ਹੁਣ ਅਗਰ ਤੁਹਾਨੂੰ ਯਾਦ ਹੋਏ ਅਸੀਂ ਇੱਕ ਵਰਡ ਯੂਜ਼ ਕੀਤਾ ਸੀ ਜਦੋਂ ਮੈਂ ਨੈਚੁਰਲ ਸਾਇੰਸਿਸ ਨੂੰ ਡਿਫਾਈਨ ਕੀਤਾ ਸੀ ਕਿ ਜਿਹੜੀਆਂ ਨੈਚੁਰਲ ਸਾਇੰਸਿਸ ਨੇ ਇਹ ਉਹ ਬ੍ਰਾਂਚ ਹੈ ਜਿਹੜੀ ਕਿ ਨੇਚਰ ਨੂੰ ਸਟੱਡੀ ਕਰਦੀ ਹੈ ਯੂਜ਼ਿੰਗ ਸਾਇੰਟੀਫਿਕ ਮੈਥਡ। ਕਲੀਅਰ? ਤਾਂ ਉੱਥੇ ਮੈਂ ਕਿਹਾ ਸੀਗਾ ਕਿ ਅਸੀਂ ਅੱਜ ਦੇ ਲੈਕਚਰ ਦੇ ਵਿੱਚ ਹੀ ਡਿਸਕਸ ਕਰਾਂਗੇ ਕਿ ਸਾਇੰਟੀਫਿਕ ਮੈਥਡ ਕੀ ਹੈ। ਬੇਸਿਕਲੀ ਅਸੀਂ ਸਾਇੰਟੀਫਿਕ ਮੈਥਡ ਵਰਡ ਤੋਂ ਕੀ ਸਮਝ ਰਹੇ ਹਾਂ। ਸੋ ਹੁਣ ਅਸੀਂ ਡਿਸਕਸ ਕਰਨਾ ਹੈ ਸਾਇੰਟੀਫਿਕ ਮੈਥਡ। ਸੋ ਵਾਟ ਇਜ਼ ਸਾਇੰਟੀਫਿਕ ਮੈਥਡ? ਸਾਇੰਟੀਫਿਕ ਮੈਥਡ ਕੀ ਹੈ? ਦੇਖੋ, ਸਾਇੰਟੀਫਿਕ ਮੈਥਡ ਨੂੰ ਡਿਫਾਈਨ ਕਰਨ ਦੇ ਲਈ ਅਸੀਂ ਪਹਿਲਾਂ ਕੀ ਕਰਦੇ ਹਾਂ, ਅਸੀਂ ਕੋਈ ਰੂਲ ਡਿਫਾਈਨ ਕਰਦੇ ਹਾਂ। ਠੀਕ ਹੈ? ਅਸੀਂ ਰੂਲ, ਨੇਚਰ ਦੇ ਕੁਝ ਆਪਣੇ ਰੂਲਸ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਨੇਚਰ ਦੇ ਵਿੱਚ ਦਿਨ ਤੋਂ ਬਾਅਦ ਰਾਤ ਆਉਂਦਾ ਹੈ। ਠੀਕ ਹੈ ਨਾ? ਸਮਰ ਸੀਜ਼ਨ ਆਇਆ, ਵਿੰਟਰ ਸੀਜ਼ਨ ਆਇਆ, ਇੱਕ ਪਰਟੀਕੂਲਰ ਟਾਈਮ ਡਿਊਰੇਸ਼ਨ ਤੋਂ ਬਾਅਦ ਫਿਨੋਮੀਨਾ ਨੇ ਜਿਹੜੇ ਉਹ ਰਿਪੀਟ ਹੁੰਦੇ ਨੇ। ਠੀਕ ਹੈ? ਇਹ ਨੇਚਰ ਦੇ ਰੂਲਸ ਨੇ। ਤਾਂ ਸਾਇੰਟੀਫਿਕ ਮੈਥਡ ਕੀ ਹੈ? ਅਸੀਂ ਪਹਿਲਾਂ ਨੇਚਰ ਦੇ ਜਿਹੜੇ ਰੂਲਸ ਨੇ ਉਹਨਾਂ ਨੂੰ ਓਬਜ਼ਰਵ ਕਰਨਾ ਹੈ। ਅਸੀਂ ਓਬਜ਼ਰਵੇਸ਼ਨ ਕੀਤੀ, ਕਿਸੇ ਵੀ ਚੀਜ਼ ਦੀ ਓਬਜ਼ਰਵੇਸ਼ਨ। ਅਸੀਂ ਦੇਖਿਆ ਕਿ ਜਿਹੜੇ ਮਾਊਂਟੇਨਸ ਨੇ ਉਹਨਾਂ ਤੋਂ ਪਾਣੀ ਨੀਚੇ ਆ ਰਿਹਾ ਹੈ, ਇਹ ਵੀ ਨੇਚਰ ਦਾ ਰੂਲ ਹੈ। ਕਦੇ ਪਾਣੀ ਨੀਚੇ ਉੱਪਰ ਤਾਂ ਨਹੀਂ ਜਾਂਦਾ, ਨਹੀਂ ਜਾਂਦਾ। ਠੀਕ ਹੈ? ਸੋ ਇਹ ਇੱਕ ਰੂਲ ਹੈ ਜਿਹਨੂੰ ਅਸੀਂ ਓਬਜ਼ਰਵ ਕੀਤਾ। ਠੀਕ? ਓਬਜ਼ਰਵੇਸ਼ਨ ਕਰਨ ਤੋਂ ਬਾਅਦ ਅਸੀਂ ਉਸ ਨੂੰ ਆਪਣੇ ਮਾਈਂਡ ਦੇ ਵਿੱਚ ਸੈੱਟ ਕਰ ਲਿਆ, ਕਾਪੀ ਕਰ ਲਿਆ ਆਪਣੇ ਮਾਈਂਡ ਦੇ ਵਿੱਚ ਕਿ ਨੇਚਰ ਦਾ ਇਹ ਰੂਲ ਹੈ। ਹੁਣ ਦੇਖੋ, ਪਾਣੀ ਉੱਪਰ ਤੋਂ ਨੀਚੇ ਆ ਰਿਹਾ ਹੈ ਮਾਊਂਟੇਨ ਤੋਂ। ਕਲੀਅਰ? ਅਸੀਂ ਮਾਊਂਟੇਨ ਨੂੰ ਤਾਂ ਹਿਲਾ ਕੇ ਨਹੀਂ ਦੇਖ ਸਕਦੇ ਨਾ ਕਿ ਪਾਣੀ ਰਿਵਰਸ ਹੋਏਗਾ ਜਾਂ ਉੱਪਰ ਤੋਂ ਨੀਚੇ ਕਿਉਂ ਨਹੀਂ ਜਾਂਦਾ, ਨਹੀਂ ਕਰ ਸਕਦੇ। ਵਟ ਵੀ ਕੈਨ ਡੂ, ਕੀ ਕਰ ਸਕਦੇ ਹਾਂ, ਅਸੀਂ ਉਸ ਚੀਜ਼ ਨੂੰ ਕੰਟਰੋਲਡ ਵੇ ਦੇ ਨਾਲ ਆਪਣੀ ਲੈਬ ਦੇ ਅੰਦਰ ਪਰਫਾਰਮ ਕਰ ਸਕਦੇ ਹਾਂ। ਮੀਨਸ ਅਸੀਂ ਮਾਊਂਟੇਨ ਦੀ ਬਜਾਏ ਕੁਝ ਐਦਾਂ ਦਾ ਆਬਜੈਕਟ ਲੈ ਲਾਂਗੇ ਜਿਹਦੀ ਸ਼ੇਪ ਮਾਊਂਟੇਨ ਦੀ ਤਰ੍ਹਾਂ ਹੈ। ਠੀਕ ਹੈ? ਤਾਂ ਉਸ ਚੀਜ਼ ਨੂੰ ਅਸੀਂ ਕੀ ਕੀਤਾ, ਓਬਜ਼ਰਵ ਕਰਨ ਤੋਂ ਬਾਅਦ ਉਸ ਦਾ ਐਕਸਪੈਰੀਮੈਂਟ ਕੀਤਾ। ਐਕਸਪੈਰੀਮੈਂਟ ਕਰਨ ਤੋਂ ਬਾਅਦ ਸਾਡੇ ਕੋਲ ਕੁਝ ਰਿਜ਼ਲਟਸ ਆਏ। ਠੀਕ ਹੈ?
ਉਹਨਾਂ ਰਿਜ਼ਲਟਸ ਨੂੰ ਯੂਜ਼ ਕਰਕੇ ਅਸੀਂ ਕੋਈ ਪ੍ਰਿਡਿਕਸ਼ਨ ਕੀਤੀ। ਪ੍ਰਿਡਿਕਸ਼ਨ ਕਰਨਾ ਮੀਨਸ ਅਸੀਂ ਕੁਝ ਦੱਸਿਆ ਕਿ ਆ ਚੀਜ਼ ਕਿਉਂ ਹੋ ਰਹੀ ਹੈ, ਠੀਕ ਹੈ। ਤਾਂ ਇਹ ਕੀ ਹੋ ਗਿਆ, ਜਦੋਂ ਮੈंने ਸਾਇੰਸ ਦੀ ਡੈਫੀਨੇਸ਼ਨ ਦਿੱਤੀ ਸੀ ਉੱਥੇ ਦੱਸਿਆ ਸੀਗਾ ਕਿ ਆਰਗੇਨਾਈਜ਼ਡ ਵੇ ਦੇ ਨਾਲ ਜਦੋਂ ਵੀ ਕੁਝ ਤੁਸੀਂ ਨੌਲੇਜ ਗੇਨ ਕਰਦੇ ਹੋ ਉਸ ਨੂੰ ਅਸੀਂ ਸਾਇੰਸ ਕਹਿੰਦੇ ਹਾਂ। ਹੁਣ ਕਿਉਂਕਿ ਅਸੀਂ ਨੇਚਰ ਦੇ ਰੂਲਸ ਦੀ ਸਟੱਡੀ ਆਰਗੇਨਾਈਜ਼ਡ ਵੇ ਨਾਲ ਕਰ ਰਹੇ ਹਾਂ, ਠੀਕ ਹੈ, ਤਾਂ ਅਸੀਂ ਫਿਜ਼ਿਕਸ ਦੀ ਗੱਲ ਕਰ ਰਹੇ ਹਾਂ ਜੋ ਕਿ ਸਾਇੰਸ ਦੀ ਇੱਕ ਬ੍ਰਾਂਚ ਹੈ। ਕਲੀਅਰ। ਸੋ ਜਦੋਂ ਅਸੀਂ ਇਸ ਤਰ੍ਹਾਂ ਆਰਗੇਨਾਈਜ਼ਡ ਵੇ ਦੇ ਨਾਲ ਕਿਸੇ ਵੀ ਨੇਚਰ ਦੇ ਲਾਅ ਨੂੰ ਐਕਸਪਲੇਨ ਕਰਾਂਗੇ, ਉਹ ਮੈਥਡ ਨੂੰ ਅਸੀਂ ਕੀ ਕਹਾਂਗੇ, ਸਾਇੰਟੀਫਿਕ ਮੈਥਡ। ਤੇ ਇਹਦੇ ਜਿਹੜੀ ਪ੍ਰਿਡਿਕਸ਼ਨਸ ਆਉਣਗੀਆਂ ਉਹਨਾਂ ਨੂੰ ਅਸੀਂ ਯੂਜ਼ ਕਰਾਂਗੇ ਇੰਪਰੂਵਮੈਂਟ ਕਰਨ ਦੇ ਲਈ, ਆਪਣੀ ਜੋ ਡੇਲੀ ਲਾਈਫ ਹੈ ਉਸਨੂੰ ਸਮੂਥ ਕਰਨ ਦੇ ਲਈ। ਫॉर एग्जांपल देखो ਅਰਥਕੁਏਕ ਆਉਂਦਾ ਹੈ, ਕਿੰਨਾ ਜ਼ਿਆਦਾ ਸੋਸਾਇਟੀ ਦਾ ਲਾਸ ਹੁੰਦਾ ਹੈ, ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ, ਬਿਲਡਿੰਗਸ ਗਿਰ ਜਾਂਦੀਆਂ ਨੇ ਐਂਡ ਆਲ, ਬਹੁਤ ਜ਼ਿਆਦਾ ਲਾਸ ਹੁੰਦਾ ਹੈ। ਅਗਰ ਅਸੀਂ ਅਰਥਕੁਏਕ ਕਿਉਂ ਆਉਂਦਾ ਹੈ ਇਹਦਾ ਰੀਜ਼ਨ ਸਟੱਡੀ ਕਰੀਏ, ਠੀਕ ਹੈ, ਤੇ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਅਗਰ ਅਸੀਂ ਰੋਕ ਨਹੀਂ ਸਕਦੇ ਤਾਂ ਕੀ ਅਸੀਂ ਆਪਣੀ ਮਟੀਰੀਅਲ ਜਾਂ ਬਿਲਡਿੰਗਸ ਦਾ ਕਿੱਦਾਂ ਸੈਟਅਪ ਬਣਾਈਏ ਕਿ ਉਸ ਦਾ ਜਿਹੜਾ ਲਾਸ ਹੈ ਉਹ ਮਿਨੀਮਮ ਹੋਏ। ਸੋ ਇਹ ਸਾਡੀ ਸੋਸ਼ਲ ਲਾਈਫ ਨੂੰ ਸਮੂਥ ਕਰਨ ਦੇ ਵਿੱਚ ਹੈਲਪ ਕਰਦਾ ਹੈ ਜਦੋਂ ਅਸੀਂ ਐਕਸਪੈਰੀਮੈਂਟਲੀ ਅਬਜ਼ਰਵ ਕਰਕੇ ਚੀਜ਼ਾਂ ਨੂੰ ਕੁਝ ਪ੍ਰਿਡਿਕਟ ਕਰਦੇ ਹਾਂ। ਕਲੀਅਰ। ਸੋ ਸਾਇੰਟੀਫਿਕ ਮੈਥਡ ਬੇਸਿਕਲੀ ਕੀ ਹੈ, it is the systematic attempt, it is a systematic attempt। ਹੁਣ ਇੱਥੇ ਸਿਸਟਮੈਟਿਕ ਵਰਡ ਦਾ ਮੀਨਿੰਗ ਬੜਾ ਕਲੀਅਰ ਹੈ ਕਿ ਅਸੀਂ वन by वन ਮੀਨਸ ਸਟੈਪ ਬਾਈ ਸਟੈਪ ਚੱਲਣਾ ਹੈ। ਸਿਸਟਮੈਟਿਕ ਅਟੈਂਪਟ ਟੂ ਅੰਡਰਸਟੈਂਡ ਦੀ ਕਿਸ ਨੂੰ ਅੰਡਰਸਟੈਂਡ ਕਰ ਰਹੇ ਹਾਂ, ਲਾਜ਼ ਆਫ ਨੇਚਰ। ਅਸੀਂ ਨੇਚਰ ਦੇ ਲਾਜ਼ ਨੂੰ ਅੰਡਰਸਟੈਂਡ ਕੀਤਾ, ਠੀਕ ਹੈ, ਕੁਝ ਨੌਲੇਜ ਗੇਨ ਕੀਤੀ and we use this knowledge ਅਸੀਂ ਇਸ ਨੌਲੇਜ ਨੂੰ ਕਿੱਥੇ ਯੂਜ਼ ਕਰਾਂਗੇ, ਮੈਂ ਹੁਣੀ ਤੁਹਾਨੂੰ ਦੱਸਿਆ ਅਸੀਂ ਇਸ ਨੌਲੇਜ ਨੂੰ ਯੂਜ਼ ਕਰਾਂਗੇ ਆਪਣੀ ਸੋਸਾਇਟੀ ਨੂੰ ਬੈਟਰ ਕਰਨ ਦੇ ਲਈ, ਠੀਕ ਹੈ, ਚੀਜ਼ਾਂ ਨੂੰ ਮੋਡੀਫਾਈ ਕਰਨ ਦੇ ਲਈ, ਯੂਜ਼ ਟੂ ਪ੍ਰਿਡਿਕਟ, ਪਹਿਲਾਂ ਪ੍ਰਿਡਿਕਸ਼ਨ ਬਣਾਵਾਂਗੇ ਜਾਂ ਚੀਜ਼ਾਂ ਨੂੰ ਮੋਡੀਫਾਈ ਕਰਾਂਗੇ ਜਾਂ ਕਿਸੇ ਫਿਨੋਮੀਨਾ ਨੂੰ ਕੰਟਰੋਲ ਕਰਾਂਗੇ। ਨੌਲੇਜ ਟੂ ਪ੍ਰਿਡਿਕਟ ਮੀਨਸ ਅਸੀਂ ਪ੍ਰਿਡਿਕਸ਼ਨ ਕੀਤੀ, ਮੋਡੀਫਾਈ ਐਂਡ ਕੰਟਰੋਲ ਫਿਨੋਮੀਨਾਸ। ਇਹ ਤਿੰਨ ਚੀਜ਼ਾਂ ਇੱਥੇ ਬਹੁਤ ਇੰਪੋਰਟੈਂਟ ਨੇ ਕਿ ਅਸੀਂ ਪ੍ਰਿਡਿਕਟ ਕਰਨਾ ਹੈ। ਪ੍ਰਿਡਿਕਟ ਕਰਦੇ ਹਾਂ ਜਦੋਂ ਅਸੀਂ ਅੰਡਰਸਟੈਂਡ ਕਰ ਲਿਆ ਨੇਚਰ ਦੇ ਲਾਜ਼ ਨੂੰ, ਤਾਂ ਕੀ ਕਰਦੇ ਹਾਂ ਉਸ ਨੌਲੇਜ ਨੂੰ ਅਸੀਂ ਪ੍ਰਿਡਿਕਸ਼ਨ ਕਰਨ ਦੇ ਲਈ ਯੂਜ਼ ਕਰਦੇ ਹਾਂ ਕਿ ਜਦੋਂ ਅਸੀਂ ਅਰਥਕੁਏਕ ਬਾਰੇ ਨੌਲੇਜ ਗੇਨ ਕਰਨੀ ਸ਼ੁਰੂ ਕੀਤੀ ਤਾਂ ਅਸੀਂ ਦੱਸਾਂਗੇ ਕਿ ਨੈਕਸਟ ਜਿਹੜਾ ਅਰਥਕੁਏਕ ਹੈ ਕਦੋਂ ਆਏਗਾ, ਉਹ ਸਾਡੀ ਪ੍ਰਿਡਿਕਸ਼ਨ ਹੋਏਗੀ। ਮੋਡੀਫਾਈ ਮੀਨਸ ਅਸੀਂ ਕੀ ਚੇਂਜਸ ਕਰ ਸਕਦੇ ਹਾਂ ਆਪਣੇ, ताकि ਜਿਹੜੀ ਸੋਸ਼ਲ ਡੈਮੇਜ ਹੈ ਉਹ ਬਹੁਤ ਥੋੜਾ ਹੋਵੇ। ਐਂਡ ਕੰਟਰੋਲ ਫਿਨੋਮੀਨਾਸ ਮੀਨਸ ਅਗਰ ਸਾਨੂੰ ਇਹ ਪਤਾ ਲੱਗ ਜੇ ਕਿ ਅਰਥਕੁਏਕ ਦੇ ਪਿੱਛੇ ਬੇਸਿਕ ਰੀਜ਼ਨ ਕੀ ਹੈ, ਕਈ ਵਾਰ ਅਸੀਂ ਉਸ ਨੂੰ ਕੰਟਰੋਲ ਵੀ ਕਰ ਸਕਦੇ ਹਾਂ। ਸੋ ਜਿਹੜੀ ਨੌਲੇਜ ਹੈ ਨੇਚਰ ਦੇ ਰੂਲਸ ਦੀ ਉਹ ਬਹੁਤ ਇੰਪੋਰਟੈਂਟ ਹੈ। ਜਦੋਂ ਅਸੀਂ ਉਸ ਨੂੰ ਇੱਕ ਆਰਗੇਨਾਈਜ਼ਡ ਵੇ ਦੇ ਨਾਲ ਸਟੱਡੀ ਕਰਦੇ ਹਾਂ, ਕੁਝ ਉਹਦੇ ਲਈ ਰੂਲਸ ਬਣਾਉਂਦੇ ਹਾਂ, ਉਸ ਨੂੰ ਅਸੀਂ ਕਹਿੰਦੇ ਹਾਂ ਸਾਇੰਟੀਫਿਕ ਮੈਥਡ, ਜੋ ਕਿ ਹੈ attempt to understand the laws of nature। ਤੇ ਉਸ ਨੌਲੇਜ ਨੂੰ ਯੂਜ਼ ਕਰਨਾ ਹੈ ਪ੍ਰਿਡਿਕਸ਼ਨ ਦੇ ਲਈ, ਮੋਡੀਫਿਕੇਸ਼ਨ ਦੇ ਲਈ ਤੇ ਕਿਸੇ ਵੀ ਫਿਨੋਮੀਨਾ ਨੂੰ ਕੰਟਰੋਲ ਕਰਨ ਦੇ ਲਈ। ਹੁਣ ਅਸੀਂ ਦੱਸਣਾ ਹੈ ਇਸ ਦੇ ਸਟੈਪਸ ਕੀ ਨੇ, ਕਿਹੜੇ ਸਟੈਪਸ ਨੇ ਜਿਨ੍ਹਾਂ ਨੂੰ ਅਸੀਂ ਫੋਲੋ ਕਰਨਾ ਹੈ ਤਾਂ ਅਸੀਂ ਕਹਾਂਗੇ ਕਿ ਜਿਹੜਾ ਸਾਡਾ ਮੈਥਡ ਹੈ ਉਹ ਸਾਇੰਟੀਫਿਕ ਹੈ ਜਾਂ ਨਹੀਂ ਹੈ। ਕਲੀਅਰ। ਸੋ ਇਹ ਤਾਂ ਸੀ ਇਸ ਦੀ ਡੈਫੀਨੇਸ਼ਨ। ਹੁਣ ਅੱਗੇ ਅਸੀਂ ਡਿਸਕਸ ਕਰਨਾ ਹੈ what are the various steps for a scientific method। so first step ਇਸ ਦੇ ਅੰਦਰ ਆਂਦਾ ਹੈ observation। ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੀ ਹਾਂ
कि ऑब्जर्वेशन की है ਜਦੋਂ ਅਸੀਂ ਕਿਸੇ ਵੀ ਨੇਚਰ ਦੇ ਰੂਲ ਨੂੰ ਅਬਜ਼ਰਵ ਕਰਨਾ ਹੈ। ਸਪੋਜ਼ ਜਿਵੇਂ ਮੈਂ ਪਹਿਲਾਂ ਹੀ ਐਗਜ਼ਾਮਪਲ ਦਿੱਤੀ ਹੈ, ਅਸੀਂ ਦੇਖਦੇ ਹਾਂ ਕਿ ਕਿਸੇ ਵੀ ਮਾਊਂਟੇਨ ਦੇ ਵਿੱਚ ਜਿਹੜਾ ਵਾਟਰ ਹੈ, ਝਰਨਾ ਆਉਂਦਾ ਹੈ, ਹਮੇਸ਼ਾ ਹਾਈ ਲੈਵਲ ਤੋਂ ਲੋਅਰ ਤੱਕ ਫਾਲ ਕਰਦਾ ਹੈ। ਇਹ ਸਾਡੀ ਆਬਜ਼ਰਵੇਸ਼ਨ ਹੋ ਗਈ, ਠੀਕ ਹੈ। ਦੂਸਰੀ ਚੀਜ਼ ਅਸੀਂ ਕੀ ਕਰਨਾ ਹੈ, ਅਸੀਂ ਉਸਨੂੰ ਆਬਜ਼ਰਵ ਕਰਕੇ ਆਪਣੇ ਮਾਈਂਡ 'ਚ ਲਿਆਏ ਅਤੇ ਆਪਣੀ ਲੈਬ ਦੇ ਵਿੱਚ ਆ ਕੇ ਇਹ ਸੋਚਿਆ ਕਿ ਕਿਉਂ ਪਾਣੀ ਹਮੇਸ਼ਾ ਹਾਇਰ ਹਾਈਟ ਤੋਂ ਲੋਅਰ ਹਾਈਟ ਵੱਲ ਹੀ ਆਉਂਦਾ ਹੈ। ਤਾਂ ਇਸ ਦੇ ਲਈ ਅਸੀਂ ਕੰਟਰੋਲਡ ਐਕਸਪੈਰੀਮੈਂਟ ਕਰਨਾ ਹੈ। ਕੰਟਰੋਲਡ ਐਕਸਪੈਰੀਮੈਂਟ ਕਿਸ ਤਰ੍ਹਾਂ ਕਰ ਸਕਦੇ ਹਾਂ, ਅਸੀਂ ਉਸੇ ਮਾਊਂਟੇਨ ਸ਼ੇਪ ਦੀ ਕੋਈ ਚੀਜ਼ ਲਿੱਤੀ। ਸਪੋਜ਼ ਇਸ ਬੁੱਕ ਨੂੰ ਅਸੀਂ ਇੱਦਾਂ ਲੈ ਰਹੇ ਹਾਂ, ਜਿਵੇਂ ਜਿਵੇਂ ਇਸ ਦਾ ਐਂਗਲ ਇਨਕਰੀਜ਼ ਹੁੰਦਾ ਜਾਏਗਾ, ਪਾਣੀ ਦੀ ਜਿਹੜੀ ਵੈਲੋਸਿਟੀ ਹੈ ਨੀਚੇ ਆਉਣ ਦੀ ਉਹ ਜ਼ਿਆਦਾ ਹੁੰਦੀ ਜਾਏਗੀ, ਠੀਕ ਹੈ ਨਾ। ਤਾਂ ਅਸੀਂ ਕੰਟਰੋਲਡ ਵੇ ਦੇ ਨਾਲ ਉਹਨਾਂ ਐਕਸਪੈਰੀਮੈਂਟ ਨੂੰ ਪਰਫਾਰਮ ਕਰਨਾ ਹੈ ਕਿ ਕੀ ਰੀਜ਼ਨ ਹੈ, ਦੇਖਣਾ ਹੈ ਇਸ ਦੇ ਪਿੱਛੇ ਰੀਜ਼ਨ ਕੀ ਹੈ। ਕੀ ਕੋਈ ਇੱਦਾਂ ਦੀ ਚੀਜ਼ ਹੈ ਜਿਹੜੀ ਪਾਣੀ ਨੂੰ ਆਪਣੇ ਵੱਲ ਖਿੱਚ ਰਹੀ ਹੈ। ਅਸੀਂ ਦੱਸ ਸਕਦੇ ਹਾਂ ਕਿ ਇਹ ਗ੍ਰੈਵਿਟੇਸ਼ਨਲ ਫੋਰਸ ਹੈ ਜਿਹਦੇ ਕਰਕੇ ਪਾਣੀ ਨੀਚੇ ਆ ਰਿਹਾ ਹੈ। ਕਲੀਅਰ। ਸੋ ਇਹ ਹੈ ਕੰਟਰੋਲਡ ਐਕਸਪੈਰੀਮੈਂਟ। ਫਿਰ ਅਸੀਂ ਐਨਾਲਿਸਿਸ ਕਰਨੀ ਹੈ। ਐਨਾਲਿਸਿਸ ਦੇ ਵਿੱਚ ਦੱਸਣਾ ਹੈ ਕਿ ਪਾਣੀ ਨੀਚੇ ਕਿਉਂ ਆ ਰਿਹਾ ਹੈ, ਜਿਵੇਂ ਕਿ ਇਸ ਦਾ ਰੀਜ਼ਨ ਕੀ ਹੈ ਕਿ ਪਾਣੀ ਨੂੰ ਕੋਈ ਫੋਰਸ ਹੈ ਜਿਹੜੀ ਉਹ ਖਿੱਚ ਰਹੀ ਹੈ ਆਪਣੇ ਵੱਲ ਡਾਊਨਵਰਡ ਡਾਇਰੈਕਸ਼ਨ ਦੇ ਵਿੱਚ, ਤੇ ਉਸ ਨੂੰ ਕਹਿ ਰਹੇ ਹਾਂ ਅਸੀਂ ਐਨਾਲਿਸਿਸ। ਐਨਾਲਿਸਿਸ ਦੇ ਵਿੱਚ ਵੀ ਅਸੀਂ ਦੋ ਚੀਜ਼ਾਂ ਲੈਂਦੇ ਹਾਂ, ਕੁਆਲਿਟੇਟਿਵ ਐਂਡ ਕੁਆਂਟੀਟੇਟਿਵ। ਕੁਆਲਿਟੇਟਿਵ ਦੇ ਵਿੱਚ ਅਸੀਂ ਰੀਜ਼ਨ ਦੱਸਣਾ ਹੈ, ਜਿਵੇਂ ਮੈਂ ਦੱਸਿਆ ਕਿ ਪਾਣੀ ਨੀਚੇ ਆ ਰਿਹਾ ਹੈ, ਉਸ ਨੂੰ ਖਿੱਚ ਰਹੀ ਹੈ ਕੋਈ ਚੀਜ਼, ਮੀਨਸ ਕਿ ਗ੍ਰੈਵਿਟੇਸ਼ਨਲ ਪੁੱਲ। ਕੁਆਂਟੀਟੇਟਿਵ ਦੇ ਵਿੱਚ ਅਸੀਂ ਦੱਸਣਾ ਹੈ ਕਿ ਜਿੰਨਾ ਅਸੀਂ ਐਂਗਲ ਚੇਂਜ ਕਰਦੇ ਜਾਈਏ, ਕਲੀਅਰ, ਤਾਂ ਕਿੰਨੀ ਵੈਲੋਸਿਟੀ ਦੇ ਨਾਲ ਪਾਣੀ ਨੀਚੇ ਆਏਗਾ, ਕਿੰਨਾ ਘੱਟ ਟਾਈਮ ਲੱਗੇਗਾ। ਮੀਨਸ ਇੱਥੇ ਅਸੀਂ ਦੱਸ ਰਹੇ ਹਾਂ ਰੀਜ਼ਨ, ਕੀ ਫੋਰਸਿਸ ਇਨਵੋਲਵਡ ਨੇ, ਕਿਹੜਾ ਫਿਨੋਮੀਨਾ ਇਨਵੋਲਵਡ ਹੈ। ਪਾਣੀ ਨੀਚੇ ਆ ਰਿਹਾ ਹੈ, ਐਂਗਲ ਚੇਂਜ ਕਰ ਰਹੇ ਹੋ, ਮੀਨਸ ਫੋਰਸ ਦੇ ਕੰਪੋਨੈਂਟਸ ਇਨਵੋਲਵਡ ਨੇ, ਜਿਹਦੇ ਬਾਰੇ ਅਸੀਂ ਆਪਣੇ ਲੇਟਰ ਔਨ ਲੈਕਚਰਸ ਦੇ ਵਿੱਚ ਡਿਟੇਲ 'ਚ ਗੱਲ ਕਰਾਂਗੇ। ਐਂਡ ਕੁਆਂਟੀਟੇਟਿਵ ਦੇ ਵਿੱਚ ਅਸੀਂ ਦੱਸਣਾ ਹੈ ਕਿ ਉਹਦੇ ਲਈ ਇੱਕ ਮੈਥਮੈਟੀਕਲ ਰੂਲ ਬਣ ਗਿਆ ਕਿ ਕਿੰਨੀ ਐਂਗਲ ਚੇਂਜ ਕਰਨ 'ਤੇ ਵੈਲੋਸਿਟੀ ਕਿੰਨੀ ਇਨਕਰੀਜ਼ ਹੋਏਗੀ ਅਤੇ ਟਾਈਮ ਕਿੰਨਾ ਲੱਗੇਗਾ। ਸੋ ਉਹ ਆਉਂਦਾ ਹੈ ਐਨਾਲਿਸਿਸ ਦੇ ਅੰਡਰ। ਉਸ ਤੋਂ ਬਾਅਦ ਇਸ ਐਨਾਲਿਸਿਸ ਤੋਂ ਅਸੀਂ ਇੱਕ ਮੈਥਮੈਟੀਕਲ ਫਾਰਮੂਲਾ ਡਰਾਈਵ ਕਰ ਲਿਆ, ਮੀਨਸ ਰਿਲੇਸ਼ਨ ਬਿਟਵੀਨ ਵੈਲੋਸਿਟੀ ਐਂਡ ਟਾਈਮ। ਉਸ ਨੂੰ ਅਸੀਂ ਕੀ ਕਹਾਂਗੇ, ਮੈਥਮੈਟੀਕਲ ਮੋਡਲਿੰਗ। ਇੱਕ ਮੈਥਮੈਟੀਕਲ ਫਾਰਮੂਲਾ ਬਣ ਗਿਆ ਜਿਹਦੇ ਨਾਲ ਅਸੀਂ ਕਿਸੇ ਵੀ ਵੈਲੋਸਿਟੀ ਤੇ ਟਾਈਮ ਦੱਸ ਸਕਦੇ ਹਾਂ ਕਿ ਕਿੰਨਾ ਲੱਗੇਗਾ। ਕਲੀਅਰ। ਉਹ ਹੋ ਜਾਏਗੀ ਸਾਡੀ ਮੈਥਮੈਟੀਕਲ ਮੋਡਲਿੰਗ। ਹੁਣ ਉਸ ਨੂੰ ਯੂਜ਼ ਕਰਕੇ ਅਸੀਂ ਕੁਝ ਪ੍ਰਿਡਿਕਟ ਕਰ ਸਕਦੇ ਹਾਂ, ਮੀਨਸ ਆਪਣੀ ਪ੍ਰਿਡਿਕਸ਼ਨ ਦੇ ਸਕਦੇ ਹਾਂ। ਸਪੋਜ਼ ਅਸੀਂ ਅਰਥਕੁਏਕ ਨਾਲ ਰਿਲੇਟਡ ਜਾਂ ਕੋਈ ਫਾਰਮੂਲਾ ਬਣਾਇਆ, ਉਸ ਨੂੰ ਯੂਜ਼ ਕਰਕੇ ਅਸੀਂ ਪ੍ਰਿਡਿਕਟ ਕਰ ਸਕਦੇ ਹਾਂ ਕਿ ਸ਼ਾਇਦ ਨੈਕਸਟ ਜਿਹੜਾ ਅਰਥਕੁਏਕ ਹੈ ਉਹ 10 ਇਅਰਸ ਬਾਅਦ ਆਏਗਾ, ਠੀਕ ਹੈ। ਇਸ ਤਰ੍ਹਾਂ ਦੀ ਕੁਝ ਪ੍ਰਿਡਿਕਸ਼ਨ। ਹੁਣ ਪ੍ਰਿਡਿਕਸ਼ਨ ਨੂੰ ਚੈੱਕ ਵੀ ਕਰਨਾ ਹੈ, ਕਿਉਂਕਿ ਕੋਈ ਵੀ ਜੋ ਪਰਸਨ ਹੈ ਉਹ ਬਿਲੀਵ ਨਹੀਂ ਕਰੇਗਾ ਕਿ ਜੋ ਤੁਸੀਂ ਕਹਿ ਰਹੇ ਹੋ ਸਹੀ ਹੈ ਜਦੋਂ ਤੱਕ ਕਿ ਉਹ ਵੈਰੀਫਾਈ ਨਹੀਂ ਹੁੰਦਾ, ਠੀਕ ਹੈ। ਸੋ ਜੋ ਪ੍ਰਿਡਿਕਸ਼ਨ ਹੈ, ਲਾਸਟ ਸਟੈਪ ਕੀ ਆਉਂਦਾ ਹੈ, ਉਸ ਨੂੰ ਵੈਰੀਫਾਈ ਕਰਨਾ। ਵੈਰੀਫਿਕੇਸ਼ਨ ਐਂਡ ਫਾਲਸੀਫਿਕੇਸ਼ਨ ਔਰ ਫਾਲਸੀਫਿਕੇਸ਼ਨ। ਸੋ ਜਦੋਂ ਅਸੀਂ ਇਹਨਾਂ ਸਟੈਪਸ ਨੂੰ ਫੋਲੋ ਕਰਕੇ ਕਿਸੇ ਵੀ ਕਨਸੈਪਟ ਨੂੰ ਕਲੀਅਰ ਕਰਦੇ ਹਾਂ, ਉਸ ਨੂੰ ਅਸੀਂ ਕਹਿੰਦੇ ਹਾਂ ਸਾਇੰਟੀਫਿਕ ਮੈਥਡ। ਮੀਨਸ ਜਦੋਂ ਅਸੀਂ ਫਿਜ਼ਿਕਸ ਦੀ ਕਿਸੇ ਵੀ ਨੇਚਰ ਦੇ ਰੂਲ ਨੂੰ ਸਟੱਡੀ ਕਰਦੇ ਹਾਂ, ਠੀਕ ਹੈ, ਇਹਨਾਂ ਸਟੈਪਸ ਨੂੰ ਫੋਲੋ ਕਰਕੇ, ਉਹ ਨਾਮ ਕੀ ਹੈ, ਸਾਇੰਟੀਫਿਕ ਮੈਥਡ। ਇੱਕ ਪ੍ਰੋਸੀਜਰ ਹੈ ਸਟੈਂਡਰਡ ਜੋ ਕਿ ਅਸੀਂ ਯੂਜ਼ ਕਰਦੇ ਹਾਂ ਕਿਸੇ ਵੀ ਨੇਚਰ ਦੇ ਲਾਅ ਨੂੰ ਸਟੱਡੀ ਕਰਨ ਲਈ, ਉਸ ਨੂੰ ਪ੍ਰਿਡਿਕਸ਼ਨ ਦੇਣ ਲਈ ਤੇ ਉਸ ਦੀ ਵੈਰੀਫਿਕੇਸ਼ਨ ਲਈ। ਨੈਕਸਟ ਆਉਂਦਾ ਹੈ ਸਾਡੇ ਕੋਲ ਕਿ ਸਕੋਪ ਤੇ ਐਕਸਾਈਟਮੈਂਟ ਕੀ ਹੈ ਫਿਜ਼ਿਕਸ ਦੇ ਅੰਦਰ। ਤਾਂ ਫਿਜ਼ਿਕਸ ਦੇ ਵਿੱਚ 3 ਡੋਮੇਨਸ ਆਉਂਦੀਆਂ ਨੇ, ਮੀਜ਼ੋਸਕੋਪਿਕ, ਮੈਕਰੋਸਕੋਪਿਕ ਤੇ ਮਾਈਕਰੋਸਕੋਪਿਕ। ਇਹਦੇ ਬਾਰੇ ਅਸੀਂ ਆਪਣੇ ਨੈਕਸਟ ਲੈਕਚਰ ਦੇ ਵਿੱਚ ਗੱਲ ਕਰਾਂਗੇ। ਅੱਜ ਦੇ ਲੈਕਚਰ ਦੇ ਲਈ ਇੰਨਾ ਹੀ। ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ। ਥੈਂਕ ਯੂ।